ਸਤਿ ਸ਼੍ਰੀ ਅਕਾਲ, ਮੈਂ ਰੂਬੀ ਕੌਸ਼ਲ। ਅੱਜ ਇੱਕ ਵਾਰ ਫਿਰ ਤੁਹਾਡੇ ਰੂਬਰੂ ਹਾਂ ਇੱਕ ਨਵੇਂ ਚਿਹਰੇ ਨੂੰ ਲੈ ਕੇ। ਉਹ ਚਿਹਰਾ ਜਿਹੜਾ ਕਿ ਸਾਨੂੰ ਬਹੁਤ ਕੁਝ ਸਿਖਾ ਸਕਦਾ ਹੈ। ਇਹ ਹੋ ਸਕਦਾ ਹੈ ਕਿ ਇਹ ਚਿਹਰੇ ਤੁਹਾਡੇ ਲਈ ਨਵੇਂ ਹੋਣ, ਇਹਨਾਂ ਦੇ ਨਾਲ ਤੁਸੀਂ ਰੂਬਰੂ ਬਹੁਤ ਘੱਟ ਹੋਏ ਹੋ, ਪਰ ਇਹ ਚਿਹਰੇ ਉਹ ਨੇ ਸਾਨੂੰ ਬਹੁਤ ਕੁਝ ਸਿਖਾ ਸਕਦੇ ਨੇ ਤੇ ਅਸੀਂ ਜਿਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅੱਜ ਮੈਂ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਹੈਗੇ ਨੇ ਇੱਕ ਰਾਈਟਰ, ਇੱਕ ਲੇਖਕ। ਤੇ ਜਦੋਂ ਅਸੀਂ ਲੇਖਕ ਦੇ ਬਾਰੇ ਗੱਲ ਕਰਦੇ ਹਾਂ ਨਾ ਤਾਂ ਬਹੁਤ ਸਾਰੇ ਕੁਐਸਚਨਸ ਸਾਡੇ ਦਿਮਾਗ ਦੇ ਵਿੱਚ ਆ ਜਾਂਦੇ ਨੇ ਕਿ ਇੱਕ ਲੇਖਕ ਕਿਵੇਂ ਲਿਖਦਾ ਹੋਏਗਾ, ਕਿਵੇਂ ਉਹ ਕਾਪੀ ਤੇ ਅਲਫਾਜ਼ ਲਿਖਦਾ ਹੋਏਗਾ, ਕਿਵੇਂ ਤੇ ਉਹਦੀ ਲਿਖਣੀ ਹੋਏਗੀ, ਸਮਾਜ ਬਾਰੇ ਲਿਖਦਾ ਹੋਏਗਾ, ਕਿਸ ਤਰ੍ਹਾਂ ਉਹਦੀ ਫੈਮਿਲੀ ਸਪੋਰਟ ਹੋਏਗੀ, ਕਿਸ ਤਰ੍ਹਾਂ ਉਹਨਾਂ ਨੇ ਪਹਿਲੀ ਵਾਰ ਲਿਖਣਾ ਸ਼ੁਰੂ ਕੀਤਾ ਹੋਏਗਾ। ਬਹੁਤ ਸਾਰੇ ਇੰਨੇ ਸਾਰੇ ਕੁਐਸਚਨ ਜਿਹੜੇ ਸਾਡੇ ਦਿਮਾਗ ਦੇ ਵਿੱਚ ਆ ਜਾਂਦੇ ਨੇ ਤੇ ਇਹਨਾਂ ਸਾਰੇ ਕੁਐਸਚਨਸ ਦੇ ਅਸੀਂ ਅੱਜ ਆਨਸਰ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਉੱਭਰ ਰਹੇ ਲੇਖਕ ਨੇ ਉਹ ਕਿਸ ਤਰ੍ਹਾਂ ਆਪਣੀ ਲਿਖਣੀ ਨੂੰ ਹੋਰ ਸੁਧਾਰ ਸਕਦੇ ਨੇ, ਆਪਣੀ ਲਿਖਣੀ ਨੂੰ ਹੋਰ ਵਧੀਆ ਬਣਾ ਸਕਦੇ ਨੇ ਤੇ ਉਹ ਲੇਖਕ ਕਿਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਆਪਣੀ ਲਿਖਣੀ ਨੂੰ ਵਾਖੂਬ ਤਰੀਕੇ ਦੇ ਨਾਲ ਲੈ ਕੇ ਤੋਰ ਸਕਦੇ ਨੇ। ਤੇ ਇੱਕ ਹੋਰ ਗੱਲ, ਅਸੀਂ ਅਕਸਰ ਸੁਣਦੇ ਹਾਂ ਕਿ ਇੱਕ ਲੇਖਕ ਕਿਤੇ ਵੀ ਲਿਖ ਦਿੰਦਾ ਹੈ, ਕੁਝ ਵੀ ਲਿਖ ਦਿੰਦਾ ਹੈ, ਉਹਦੇ ਲਈ ਉਹਨਾਂ ਨੂੰ ਕਦੇ ਕੋਈ ਸਪੇਸ ਦੀ ਲੋੜ ਨਹੀਂ ਹੁੰਦੀ, ਕਦੇ ਧੁੱਪ, ਕਦੇ ਛਾਂ, ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਅੱਜ ਅਸੀਂ ਇਹ ਸਾਰੀਆਂ ਗੱਲਾਂ ਕਰਾਂਗੇ ਕਿ ਲੇਖਕ ਹੈ ਜਿਹੜਾ ਉਹ ਕਿਵੇਂ ਲਿਖਦਾ ਹੈ। ਨਮਸਕਾਰ ਮੈਮ, ਕਿਵੇਂ ਹੋ? मैं बिल्कुल ठीक, नमस्कार, फर्स्ट क्लास। ਤੁਸੀਂ ਸੁਣਾਓ? ਬਿਲਕੁਲ ਵਧੀਆ ਜੀ। ਮੈਮ ਸਭ ਤੋਂ ਪਹਿਲਾਂ ਅੱਜ ਮੇਰਾ ਤੁਹਾਡੇ ਨਾਲ ਕੁਐਸਚਨ ਇਹੀ ਹੈਗਾ ਕਿ ਕਰੋਨਾ ਟਾਈਮ ਚੱਲ ਰਿਹਾ, ਕਿਵੇਂ ਘਰ ਦੇ ਵਿੱਚ ਜਿਹੜਾ ਤੁਸੀਂ ਟਾਈਮ ਸਪੈਂਡ ਕਰ ਰਹੇ ਹੋ? ਜੀ, ਕਰੋਨਾ ਦੇ ਵਿੱਚ ਦੇਖੋ, ਹਾਂ ਇਹ ਟਾਈਮ ਐਸਾ ਕਿ ਅਸੀਂ ਕਿਤੇ ਬਾਹਰ ਤੇ ਜਾ ਨਹੀਂ ਸਕਦੇ, ਠੀਕ ਹੈ ਨਾ। ਤੇ ਉਹਦਾ ਕੁਝ ਕੰਮ ਜਿਹੜਾ ਹੈਗਾ, ਟਾਈਮ ਜਿਹੜਾ ਘਰ ਦੇ ਕੰਮਾਂ 'ਚ ਨਿਕਲ ਜਾਂਦਾ ਹੈ। ਅੱਜ ਕੱਲ ਤੇ ਸਭ ਨੂੰ ਪਤਾ ਹੈ ਕਿ ਵੀ ਆਪਣੇ ਆਪ ਕੰਮ ਕਰਨੇ, ਮੇਡ ਸਰਵੈਂਟ ਕੋਈ ਨਹੀਂ ਹੈ, ਖੁਦ ਕੰਮ, ਕੁਝ ਘਰ ਦੀ ਫੈਮਿਲੀ ਦੇ ਵਿੱਚ ਕੰਮ ਨਿਕਲ ਜਾਂਦਾ ਹੈ, ਕੁਝ ਆਰਾਮ 'ਚ ਨਿਕਲ ਜਾਂਦਾ ਹੈ, ਪੜ੍ਹਨ ਦਾ ਵੀ ਟਾਈਮ ਮਿਲ ਜਾਂਦਾ ਹੈ, ਲਿਖਣ ਦਾ ਵੀ ਟਾਈਮ ਮਿਲ ਜਾਂਦਾ ਹੈ, ਕੁਝ ਮਿਊਜ਼ਿਕ ਸੁਣ ਲਈਦਾ ਹੈ, ਸਾਰਿਆਂ 'ਚ ਬੈਠ ਕੇ ਗੱਪਸ਼ਪ ਹੋ ਗਈ, ਟੀਵੀ ਸੀਰੀਅਲਸ ਦੇਖ ਲਿੱਤੇ, ਪਲੇਜ਼ ਕੋਈ, ਬਸ ਇਸੇ ਤਰ੍ਹਾਂ ਖਬਰਾਂ ਸੁਣ ਲਿੱਤੀਆਂ, ਘੱਟ ਸੁਣੀ ਦੀਆਂ ਖਬਰਾਂ, ਉਹ ਨੈਗੇਟਿਵ ਇਫੈਕਟ ਕਰਦੀਆਂ, ਬਸ ਇਸੇ ਤਰ੍ਹਾਂ ਟਾਈਮ ਪਤਾ ਹੀ ਨਹੀਂ ਚੱਲਦਾ। ਜੀ ਮੈਮ, ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਆਪਣੀਆਂ ਰਚਨਾਵਾਂ ਸਭ ਤੋਂ ਪਹਿਲਾਂ ਲਿਖਣੀਆਂ ਦੀ ਸ਼ੁਰੂਆਤ ਕੀਤੀ ਸੀਗੀ, ਉਹ ਟਾਈਮ ਜਿਹਾ ਹੋਣਾ ਕਿ ਤੁਹਾਨੂੰ ਫੈਮਿਲੀ ਸਪੋਰਟ ਦਾ ਸ਼ਾਇਦ ਨਾ ਮਿਲੀ ਹੋਵੇ, ਕਿਵੇਂ ਤੁਹਾਨੂੰ ਉਸ ਟਾਈਮ ਮਿਲੀ ਸੀਗੀ ਫੈਮਿਲੀ ਸਪੋਰਟ ਜਾਂ ਨਹੀਂ? ਨਹੀਂ, ਮੈਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ। ਮੈਂ 96 ਦੇ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਤੇ ਜਦੋਂ ਮੈਂ ਸ਼ੁਰੂ ਕੀਤੀਆਂ, ਪਹਿਲੇ ਘਰਦਿਆਂ ਨੂੰ ਬਾਅਦ 'ਚ ਪਤਾ ਲੱਗਿਆ, ਇੱਕ ਮੈਂ ਬੇਸਿਕਲੀ ਉਰਦੂ ਰਾਈਟਰ ਹੈਗੀ ਆ ਤੇ ਉਰਦੂ 'ਚ ਮੇਰੇ ਫਾਦਰ ਜਾਣਦੇ ਸੀ ਕਿ ਉਰਦੂ, ਬਾਕੀ ਕੋਈ ਘਰ ਦੇ ਪੜ੍ਹ ਨਹੀਂ ਸਕਦੇ ਸੀਗੇ। ਫਿਰ ਉਹ ਜਦੋਂ ਅਖਬਾਰ 'ਚ ਛਪੀ, ਉਹਨਾਂ ਨੂੰ ਅੱਛਾ ਲੱਗਿਆ ਰਾਦਾ। ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ ਮੈਨੂੰ। ਜੀ ਮਾਫ ਕਰਨਾ, ਤੁਸੀਂ ਕਿਹਾ ਅਖਬਾਰ ਦੇ ਵਿੱਚ ਜਦੋਂ ਛਪੀ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਿਆ। ਤੁਹਾਨੂੰ ਕਿਹੋ ਜਿਹਾ ਲੱਗਿਆ ਸੀ ਜਦੋਂ ਤੁਹਾਡੀ ਪਹਿਲੀ ਜਿਹੜੀ ਰਚਨਾ ਅਖਬਾਰ ਦੇ ਵਿੱਚ ਆਈ? ਦੇਖੋ, ਮੈਂ ਬੜੀ ਡਰਦੇ ਭੇਜੀ ਸੀਗੀ, ਹਨਾ। ਜਦੋਂ ਫਸਟ ਟਾਈਮ ਤੁਸੀਂ ਲਿਖਦੇ ਹੋ, ਤੁਸੀਂ ਕਿਸੇ ਨੂੰ ਭੇਜਦੇ ਹੋ ਔਰ ਕਿਸੇ ਨੂੰ ਬਿਨਾਂ ਦਿਖਾਏ, ਕਿਸੇ ਤੋਂ ਸਲਾਹ ਵੀ ਨਹੀਂ ਲਿੱਤੀ, ਤੇ ਤੁਸੀਂ ਸੋਚਦੇ ਹੋ, ਪਹਿਲੇ ਤਾਂ ਇਹ ਰਹਿੰਦਾ ਕਿ ਵੀ ਪਤਾ ਨਹੀਂ ਪਸੰਦ ਆਏਗੀ ਨਹੀਂ ਆਏਗੀ। ਜਲੰਧਰ ਤੋਂ ਨਿਕਲਦਾ ਹਿੰਦ ਸਮਾਚਾਰ ਤੇ ਉੱਥੇ ਸੈਟਰਡੇ ਨੂੰ ਐਡੀਸ਼ਨ 'ਚ ਨਿਕਲਦੀਆਂ ਸੀਗੀਆਂ ਕਹਾਣੀਆਂ, ਅਫਸਾਨੇ ਨਿਕਲਦੇ ਸੀ। ਉਹਨਾਂ ਨੇ ਫਰੰਟ ਪੇਜ ਦੇ ਉੱਤੇ, ਛੋਟੀ ਜਿਹੀ ਸੀ ਕਹਾਣੀ, ਤੇ ਹਾਂ, ਉਹਨਾਂ ਨੇ ਫਰੰਟ ਪੇਜ ਦੇ ਉੱਤੇ ਉਹ ਛਾਪੀ ਹੋਈ ਸੀਗੀ। ਸਗੋਂ ਜਦੋਂ ਦੇਖਿਆ, ਮੈਨੂੰ ਕਿਸੇ ਨੇ ਦੱਸਿਆ, ਸਾਡੇ ਤਾਂ ਇੱਥੇ ਆਉਂਦੀਆਂ ਵੀ ਨਹੀਂ ਨਾ, ਚੰਡੀਗੜ੍ਹ 'ਚ ਵੀ ਬਹੁਤ ਘੱਟ ਹੈਗਾ ਹਿੰਦ ਸਮਾਚਾਰ, ਗਿਣਤੀ ਦੀਆਂ ਹੀ ਆਉਂਦੀਆਂ ਹੋਣਗੀਆਂ ਜਾਂ ਜਿੰਨੀਆਂ ਵੀ ਆਉਂਦੇ ਹੋਣਗੇ। ਤੇ ਮੈਨੂੰ ਕਿਸੇ ਦਾ ਫੋਨ ਆਇਆ ਤਾਂ ਬਹੁਤ ਅੱਛਾ ਲੱਗਿਆ। ਫਿਰ ਹੌਸਲਾ ਨੈਚੁਰਲੀ ਹੋਇਆ ਕਿ ਵੀ ਹਾਂ ਕਰਨਾ। ਗੱਲ ਕਰੀਏ ਕਿ ਤੁਹਾਡੀ ਜਦੋਂ ਤੁਸੀਂ ਰਚਨਾ ਲਿਖਣ ਦੀ ਸ਼ੁਰੂਆਤ ਕੀਤੀ, ਤੁਹਾਨੂੰ ਬਚਪਨ ਤੋਂ ਕੁਝ ਸੀਗਾ ਕਿ ਲਿਖਣ ਦਾ ਚਾਹ ਸੀਗਾ ਜਾਂ ਫਿਰ ਕੁਦਰਤੀ ਕੋਈ ਸਬੱਬ ਬਣ ਗਿਆ ਲਿਖਣ ਦਾ, ਜਾਂ ਕੋਈ ਘਟਨਾ ਤੁਹਾਨੂੰ ਹੋਵੇ ਕਿ ਪ੍ਰੇਰਿਤ ਕੀਤਾ? ਹਾਂ, ਮਤਲਬ ਲਿਖਣ ਦਾ ਕਾਰਨ ਕੀ ਬਣਿਆ? ਐਕਚੁਅਲੀ ਐਸਾ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਵੀ ਮੈਨੂੰ ਖੁਦ ਨੂੰ ਨਹੀਂ ਪਤਾ ਸੀਗਾ ਕਿ ਸ਼ਾਇਦ ਮੈਂ ਇਸ ਪਾਸੇ ਜਾਵਾਂਗੀ ਜਾਂ ਨਹੀਂ ਜਾਵਾਂਗੀ। ਅੰਦਰ ਤੋਂ ਨਾ ਕੁਝ ਉਸ ਵੇਲੇ ਕੁਝ ਪੀਰੀਅਡ ਐਸਾ ਚੱਲ ਰਿਹਾ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਸ਼ਾਇਦ ਜੇ ਮੈਂ ਕਲਮ ਦਾ ਸਹਾਰਾ ਨਾ ਲੈਂਦੀ ਤੇ ਉਸ ਵਕਤ ਦਾ ਦੌਰ ਐਸਾ ਸੀਗਾ ਕਿ ਭਈ ਮੇਬੀ ਮੈਨੂੰ ਡਿਪਰੈਸ਼ਨ ਹੋ ਜਾਂਦਾ ਜਾਂ ਕੁਝ ਇਸ ਤਰ੍ਹਾਂ, ਕੁਝ ਅੰਦਰ ਦੀਆਂ ਕੁਝ ਤਕਲੀਫਾਂ ਸੀਗੀਆਂ ਖੁਦ ਦੀਆਂ। ਕਦੀ ਸਮਝੋ ਤੁਸੀਂ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਫੇਜ਼ ਆ ਜਾਂਦਾ ਹੈ ਕਿ ਜਦੋਂ ਤੁਹਾਨੂੰ ਕੋਈ ਮਾਨਸਿਕ ਪ੍ਰੋਬਲਮ, ਕੋਈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੁੰਦੀ ਹੈ, ਉਸ ਤੋਂ ਤੁਸੀਂ ਮਤਲਬ ਪਾਉਣ ਲਈ, ਨਿਜਾਤ ਪਾਉਣ ਦੇ ਲਈ
ਮੈਨੂੰ ਕਲਮ ਦਾ ਮੈਨੂੰ ਲੱਗਿਆ ਕਿ ਇਹ ਮੇਰਾ ਬੈਸਟ ਰੋਲ ਲੱਗਿਆ ਕਿ ਵੀ ਇਹਨੂੰ ਮੈਂ ਪਕੜਾਂ ਤੇ ਇਸ ਦੇ ਉੱਤੇ ਇਹਨੂੰ ਲਿਖਣਾ ਸ਼ੁਰੂ ਕਰਦਾ। ਸੋ ਸ਼ੁਰੂਆਤ ਜਿਹੜੀ ਮੇਰੀ ਹੋਈ ਇਸ ਤਰ੍ਹਾਂ ਹੈ। ਜੀ ਮੈਮ, ਤੁਸੀਂ ਕਿਹਾ ਕਿ ਕਲਮ ਦੀ ਸ਼ੁਰੂਆਤ ਤੁਸੀਂ ਉਦੋਂ ਕੀਤੀ ਹੈ ਜਦੋਂ ਤੁਹਾਨੂੰ ਲੱਗਿਆ ਕਿ ਤੁਸੀਂ ਅਕੇਲੇ ਜੇ ਹੋਗੇ, ਕਲਮ ਦਾ ਸਹਾਰਾ ਲਿਆ ਤੁਸੀਂ। ਜੇ ਮੈਂ ਅੱਜ ਦੀ ਪੀੜ੍ਹੀ ਦੀ ਗੱਲ ਕਰਾਂ, ਜੇ ਉਹ ਚਾਹੁੰਦੇ ਹੋਣ ਕਿ ਅਸੀਂ ਕਲਮ ਦਾ ਸਹਾਰਾ ਲਈਏ ਜਾਂ ਕਲਮ ਦੇ ਨਾਲ ਆਪਣੀ ਰਚਨਾਵਾਂ ਨੂੰ ਲਿਖੀਏ, ਤਾਂ ਉਹਨਾਂ ਨੂੰ ਕੀ ਕਰਨਾ ਪਏਗਾ? ਉਹਨਾਂ ਦਾ ਜਿਸ ਪਾਸੇ ਰੁਝਾਨ ਹੈਗਾ, ਆਪਣੇ ਜੋ ਉਹਨਾਂ ਨੂੰ ਚੀਜ਼ ਅਫੈਕਟ ਕਰਦੀ ਹੈਗੀ ਹੈ। ਦੇਖੋ, ਜਿਹੜਾ ਬੇਸਿਕਲੀ ਕੋਈ ਵੀ ਰਾਈਟਰ ਹੈ ਨਾ, ਬੜਾ ਹਸਾਸ ਹੁੰਦਾ ਹੈ। ਉਹਨੂੰ ਕੋਈ ਵੀ ਚੀਜ਼ ਜਿਹੜੀ ਹੈ, ਜੇ ਤੁਸੀਂ ਦੀ ਆਊਟਲੈਟ ਹੈ, ਉਹਨੂੰ ਨਹੀਂ ਕਰ ਸਕਦੇ ਤੁਸੀਂ ਉਹਦੇ ਦਿਲ 'ਚ, ਤੁਹਾਨੂੰ ਦਿਲ ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਤੇ ਹਾਵੀ ਹੁੰਦੀ ਹੈ, ਤੁਸੀਂ ਉਸ ਨੂੰ ਉਹਦੇ ਤੇ ਉਤਾਰੋ, ਕਾਗਜ਼ ਦੇ ਉੱਤੇ ਉਤਾਰੋ, ਕਿਸੇ ਵੀ ਫਾਰਮ 'ਚ ਉਤਾਰੋ, ਪੋਇਟਰੀ ਦੇ ਵਿੱਚ ਉਤਾਰੋ, ਨਸਰ ਦੇ ਵਿੱਚ ਉਤਾਰੋ, ਗਜ਼ਲਾਂ ਲਿਖੋ, ਕੁਝ ਵੀ ਮਤਲਬ ਆਪਣਾ ਕਰ ਸਕਦੇ, ਡਰਾਮੇ ਦੇ ਉਹਦੇ 'ਚ ਲਿਖੋ। ਇਹਦੇ ਵਿੱਚ ਗੱਲ ਇੱਕ ਇਹ ਹੁੰਦੀ ਹੈ ਕਿ ਜਦੋਂ ਅਸੀਂ ਲਿਖਦੇ ਆ ਨਾ, ਤਾਂ ਇੱਕ ਡਰ ਹੁੰਦਾ ਕਿ ਯਾਰ ਇਹ ਸਮਾਜ ਸਾਹਮਣੇ ਦੱਸਾਂਗੇ, ਉਹ ਸਾਨੂੰ ਕਿਸ ਨਜ਼ਰ ਨਾਲ ਦੇਖੇਗਾ, ਇਹ ਨਹੀਂ ਪਤਾ। ਸ਼ਾਇਦ ਇਹ ਡਰ ਕਰਕੇ ਕੋਈ ਨਹੀਂ ਲਿਖਦਾ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਗੱਲ ਤੇ ਪਹਿਲੇ ਲਿਖੋ, ਜਿਹੜਾ ਮੈਂ ਆਪਣਾ ਮੈਂ ਤੁਹਾਨੂੰ ਦੱਸਦੀ ਹਾਂ, ਔਰ ਮੈਂ ਚਾਹਾਂਗੀ ਕਿ ਵੀ ਜਿਹੜੇ ਨੌਜਵਾਨ ਹੈ ਉਹ ਵੀ ਇਸੇ ਤਰ੍ਹਾਂ ਹੀ ਕਰਨ। ਜਦੋਂ ਤੁਸੀਂ ਕੰਮ ਕਰਦੇ ਹੋ ਨਾ, ਸੋਚ ਕੇ ਕਰੋ, ਤੁਹਾਡੇ ਦਿਲ ਦੀ ਇਹ ਤੁਹਾਨੂੰ ਅੰਦਰੋਂ ਦੀ ਆਵਾਜ਼ ਆਉਂਦੀ ਹੈ। ਤੁਸੀਂ ਆਪਣੇ ਆਪ ਨਹੀਂ ਇੰਜ ਕਰ ਸਕਦੇ, ਤੁਹਾਡਾ ਅੰਦਰੋਂ ਦੀ ਤਕਲੀਫ ਹੁੰਦੀ ਹੈ ਕਿ ਵੀ ਤੁਸੀਂ ਇਹਨੂੰ ਲਿਖਣਾ, ਉਹਨੂੰ ਪੈਨ ਡਾਊਨ ਕਰਨਾ ਹੈ। ਜਦੋਂ ਤੁਸੀਂ ਇਹਨੂੰ ਲਿਖਦੇ ਹੋ ਨਾ, ਇਹ ਗੱਲ ਨਾ ਸੋਚੋ ਕਿ ਵੀ ਮੈਂ ਕਿਸੇ ਨੂੰ ਖੁਸ਼ ਕਰਨ ਲਈ ਲਿਖਣਾ ਹੈ, ਕਿਸੇ ਨੂੰ ਪਸੰਦ ਆਏਗਾ ਜਾਂ ਨਹੀਂ ਆਏਗਾ। ਇਹ ਗੱਲ ਆਪਣੇ ਦਿਮਾਗ ਚੋਂ ਡਰ ਨਿਕਾਲ ਦਿਓ। ਤੁਸੀਂ ਇਹ ਕਰੋ ਕਿ ਵੀ ਮੈਂ ਆਪਣੇ ਲਈ ਲਿਖਣਾ ਹੈ, ਜਿਹੜਾ ਮੇਰਾ ਆਪਣਾ ਰਾਂਝਾ ਰਾਜੀ ਕਰਨਾ ਹੈ। ਤੁਸੀਂ ਇਹ ਸੋਚੋ ਕਿ ਵੀ ਮੇਰੇ ਅੰਦਰ ਜਿਹੜੀ ਤਕਲੀਫ ਹੈ, ਮੈਂ ਜੋ ਉਹਨੂੰ ਉਹਦੇ ਤੇ ਲਿਖਣਾ ਹੈ। ਅਸੀਂ ਜ਼ਰੂਰੀ ਨਹੀਂ ਕਿ ਮੇਰੀ ਪਰਸਨਲ ਤਕਲੀਫ ਹੈ, ਕਈ ਵਾਰ ਸਾਡੇ ਮੁਆਸ਼ਰੇ ਦੇ ਆਸ-ਪਾਸ ਜਿਹੜੇ ਅਸੀਂ ਤਕਲੀਫ ਕੋਈ ਦੇਖਦੇ ਹਾਂ, ਅਸੀਂ ਉਸ ਤੋਂ ਵੀ ਪਰੇਸ਼ਾਨ ਹੋ ਜਾਂਦੇ ਹਾਂ। ਕਿਸੇ ਦੀ ਗੱਲ ਤੋਂ ਕੋਈ ਨਿੱਕੀ ਜਿੰਨੀ ਚ ਪਰੇਸ਼ਾਨ ਹੋ ਜਾਂਦੇ ਹਾਂ, ਉਹ ਸਾਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ। ਠੀਕ ਹੈ, ਫਿਰ ਅਸੀਂ ਉਹਨੂੰ ਜੇ ਕਿਸੇ ਵੀ ਤਰ੍ਹਾਂ ਦੇ ਨਾਲ ਡਾਇਰੈਕਟ ਨਹੀਂ ਲਿਖਦੇ, ਅਸੀਂ ਉਹਨੂੰ ਉਹਦੇ ਨਾਲ ਕੁਝ ਜੋੜ ਕੇ, ਕੁਝ ਸੋਚ ਕੇ, ਕੁਝ ਖਿਆਲੀ, ਕੁਝ ਹਕੀਕੀ ਜ਼ਿੰਦਗੀ ਦੇ ਨਾਲ ਜੁੜੀਆਂ, ਉਹਨੂੰ ਅਸੀਂ ਜਦ ਬਣਾ ਕੇ ਲਿਖਦੇ ਹਾਂ, ਇਹ ਨਾ ਸੋਚੋ ਕਿ ਵੀ ਕਿਸੇ ਨੂੰ ਪਸੰਦ ਆਏਗਾ ਕਿ ਨਹੀਂ ਆਏਗਾ। ਜੇ ਜ਼ੁਬਾਨ ਨੂੰ ਵੀ ਬਣਾਉਣ ਤੇ ਤੁਸੀਂ ਕਰੋਗੇ ਤੇ ਅਟਕ ਜਾਓਗੇ। ਆਪਣੇ ਕਰਨ ਲਈ ਆਰਾਮ ਨਾਲ ਲਿਖੋ, ਬਸ ਬਿਨਾਂ ਸੋਚੇ। ਬਾਤ ਕਰੀਏ ਤਾਂ ਇੱਕ ਰਾਈਟਰ ਦਿਲ ਤੋਂ ਜ਼ਿਆਦਾ ਸੋਚਦਾ ਕਿ ਦਿਮਾਗ ਤੋਂ ਜ਼ਿਆਦਾ ਸੋਚ ਕੇ ਲਿਖਦਾ? ਦੇਖੋ, ਜਿਹੜਾ ਤੇ ਬੜੇ ਕ੍ਰਾਫਟਮੈਨਸ਼ਿਪ ਜਿਨ੍ਹਾਂ ਚ ਹੁੰਦੀ ਹੈ, ਉਹ ਤਾਂ ਦਿਮਾਗ ਤੋਂ ਵੀ ਸੋਚਦੇ ਆ। ਦਿਲ ਤੇ ਦਿਮਾਗ ਤੇ ਦੋਨੋਂ ਚੱਲਦੇ ਆ, ਦੋਨੋਂ ਦੇ ਬਿਨਾਂ ਗੱਲ ਨਹੀਂ ਬਣਦੀ ਹੈ। ਤੇ ਇਕੱਲਾ ਇਹ ਤੇ ਨਹੀਂ ਹੋ ਸਕਦਾ ਕਿ ਦਿਲ ਦੇ ਵਿੱਚ ਲਿਖੋ। ਤੁਹਾਡੇ ਦਿਮਾਗ ਦੇ ਵਿੱਚ ਹੀ ਜਿਹੜਾ ਕੋਈ ਪਲਾਟ ਹੈ, ਜਿਸ ਤਰ੍ਹਾਂ ਕੋਈ ਕਹਾਣੀ ਦਾ ਹੈਗਾ, ਉਹ ਤੁਹਾਡਾ ਇੱਕ ਬੀਜ ਜਿਸ ਤਰ੍ਹਾਂ ਹੁੰਦਾ ਨਾ, ਤੁਸੀਂ ਕਹੋ ਕਿ ਜ਼ਮੀਨ ਦੇ ਵਿੱਚ ਇੱਕ ਬੀਜ ਜਦੋਂ ਅਸੀਂ ਪਾਉਂਦੇ ਹੋ, ਜਦੋਂ ਪੌਦਾ ਨਿਕਲਦਾ, ਸੇਮ ਇਸੇ ਤਰ੍ਹਾਂ ਕਹਾਣੀ ਦਾ ਜਾਂ ਇੱਕ ਕੋਈ ਵੀ ਤਖਲੀਕ ਦਾ ਜਿਹੜਾ ਤੁਸੀਂ ਕਹੋ ਕਿ ਉਸ ਤਰ੍ਹਾਂ ਹੋਏਗਾ। ਉਹਦੇ 'ਚ ਇੱਕ ਖਿਆਲ ਜਿਹੜਾ ਹੈ, ਉਹ ਬੀਜ ਦੀ ਤਰ੍ਹਾਂ ਤੁਹਾਡੇ ਜ਼ਿਹਨ ਦੇ ਵਿੱਚ ਆ ਜਾਏਗਾ। ਫਿਰ ਉਹ ਤੁਹਾਡੇ ਉੱਪਰ ਪਨਪਣਾ ਮਾਈਂਡ ਦੇ ਵਿੱਚ ਸ਼ੁਰੂ ਹੋ ਜਾਏਗਾ। ਜਦੋਂ ਮਾਈਂਡ ਦੇ ਵਿੱਚ ਸੋਚ ਚੱਲੇਗੀ ਤੁਹਾਡੀ ਉਸ ਵੇਲੇ, ਠੀਕ ਹੈ ਨਾ, ਫਿਰ ਜਦੋਂ ਪੂਰੀ ਤਰ੍ਹਾਂ ਉਹ ਪੌਦਾ ਹੋ ਜਾਂਦਾ ਹੈ, ਫੁੱਲ ਖਿੜਨ ਲੱਗ ਪੈਂਦੇ, ਤੁਸੀਂ ਕਹੋ ਕਿ ਪੂਰੀ ਤਰ੍ਹਾਂ ਜਾਂ ਹਾਂਡੀ ਦੇ ਉੱਤੇ ਅਸੀਂ ਉਹ ਸਬਜ਼ੀ ਕੁਝ ਚਾੜ ਦਿੱਤੀ, ਬਣਾ ਲਿੱਤੀ, ਜਦੋਂ ਪੂਰੀ ਤਰ੍ਹਾਂ ਪੱਕ ਜਾਂਦੀ, ਫਿਰ ਉਹ ਕਾਗਜ਼ ਤੇ ਉਂਝ ਵਿਖਰ, ਫਿਰ ਤੁਹਾਡਾ ਦਿਲ ਵੀ ਵਿੱਚ ਹੁੰਦਾ, ਦਿਮਾਗ, ਦੋਨੋਂ ਚੀਜ਼ਾਂ ਨਾਲ ਚੱਲਣਗੀਆਂ। ਜੀ ਬਿਲਕੁਲ। ਮੈਂ ਅਕਸਰ ਸੁਣਦੀ ਹੁੰਦੀ ਆ ਕਿ ਰਾਈਟਰ ਨੂੰ ਕੋਈ ਲਿਖਣ ਦਾ ਸਮਾਂ ਨਹੀਂ ਹੁੰਦਾ, ਕੋਈ ਹਾਲਾਤ ਨਹੀਂ ਹੁੰਦੇ, ਉਹ ਕਿਤੇ ਵੀ ਕਦੋਂ ਵੀ ਕੁਝ ਲਿਖ ਦਿੰਦਾ ਹੈ। ਤੁਸੀਂ ਕਿਹੋ ਜਿਹੇ ਮਾਹੌਲ ਦੇ ਵਿੱਚ ਲਿਖਦੇ ਹੋ, ਕਿਹੋ ਜਿਹੀਆਂ ਕਹਾਣੀਆਂ ਲਿਖਦੇ ਹੋ? ਮੈਨੂੰ ਤੇ ਦੇਖੋ, ਮੈਂ ਤੇ ਵਕਤ ਕੋਈ ਨਹੀਂ, ਕਿਉਂਕਿ ਮੈਂ ਸਾਰੀ ਉਮਰ ਵਰਕਿੰਗ ਰਹੀ ਹਾਂ। ਮੈਂ ਹੁਣ ਰਿਟਾਇਰ ਹੋਈ ਹਾਂ। ਮੇਰਾ ਵਕਤ ਕੋਈ ਨਹੀਂ ਹੁੰਦਾ ਸੀਗਾ ਕਿ ਮੈਨੂੰ ਜਦੋਂ ਹੁੰਦਾ ਸੀਗਾ ਕਿ ਵੀ ਮੈਂ ਲਿਖਣਾ ਹੈ, ਮੇਰੇ ਅੰਦਰ ਜਦੋਂ ਜ਼ੋਰ ਪੈਂਦਾ ਸੀਗਾ ਤੇ ਮੈਂ ਫਿਰ ਉਸ ਵੇਲੇ ਕਲਮ ਪਕੜ ਲੈਂਦੀ ਸੀ। ਮੇਰੇ ਲਈ ਉਸ ਵੇਲੇ ਨਾ ਦਿਨ ਹੁੰਦਾ ਸੀ ਨਾ ਰਾਤ ਹੁੰਦਾ ਸੀ। ਸਮ ਟਾਈਮ ਆਫਿਸ ਦੇ ਵਿੱਚ ਵੀ ਜੇ ਮੈਨੂੰ ਕੋਈ ਟਾਈਮ ਮਿਲ ਜਾਂਦਾ ਸੀ ਥੋੜਾ, ਮੈਂ ਉਸ ਵੇਲੇ ਕੁਝ ਨਾ ਕੁਝ ਪੈਨ ਡਾਊਨ ਕਰ ਲੈਂਦੀ ਸੀ, ਲਿਖ ਲੈਂਦੀ ਸੀਗੀ। ਘਰ ਦੇ ਵਿੱਚ ਵੀ ਰਾਤ ਨੂੰ ਹੈ, ਦਿਨ ਨੂੰ ਹੈ, ਫਿਰ ਉਸ ਵਕਤ ਕੋਈ ਉਹ ਨਹੀਂ ਹੁੰਦਾ। ਬਾਕੀ ਰਹੀ ਗੱਲ ਜਿਹੜੀ ਮੌਜੂ ਦੀ ਕੀ ਹੈ, ਉਹ ਨੈਚੁਰਲੀ ਤੁਹਾਡੇ ਜਿਹੜੇ ਆਸ-ਪਾਸ ਹੈ, ਤੁਹਾਡੇ ਜੋ ਮੁਆਸ਼ਰੇ ਦੇ ਵਿੱਚ ਹੈ, ਤੁਸੀਂ ਜੋ ਦੇਖਦੇ ਹੋ, ਜੋ ਮਹਿਸੂਸ ਕਰਦੇ ਹੋ, ਉਹ ਤੁਹਾਨੂੰ ਅੰਦਰੋਂ ਦੀ ਪਕੜਦੇ ਆ ਕਿ ਵੀ ਇਹਨੂੰ ਇਸ ਦੇ ਉੱਤੇ ਕੁਝ ਸਾਨੂੰ ਲਿਖਣਾ ਹੈ। ਜੀ ਮੈਮ, ਕਿਹੋ ਜਿਹੀਆਂ ਰਚਨਾ ਜਿਹੜੀਆਂ ਤੁਸੀਂ ਲਿਖਦੇ ਹੁੰਦੇ ਹੋ, ਕਿਹੋ ਜਿਹੇ ਤੁਸੀਂ ਸਬਜੈਕਟ ਚੂਜ਼ ਕਰਦੇ ਹੋ? ਮੇਰੀ ਜ਼ਿਆਦਾਤਰ ਕਹਾਣੀਆਂ ਜਿਹੜੀਆਂ ਹੈਗੀਆਂ, ਉਹ ਰਿਸ਼ਤਿਆਂ ਦੇ ਆਸ-ਪਾਸ ਤੁਸੀਂ ਕਹੋ ਕਿ ਘੁੰਮਦੀਆਂ, ਸੋਸ਼ਲ ਇਸ਼ੂਜ਼ ਦੇ ਉੱਤੇ ਹੁੰਦੀਆਂ, ਘਰੇਲੂ ਹੈ ਜਾਂ, ਪਰ ਉਹਦੇ 'ਚ ਕੋਈ ਇਹ ਪਰੀਆਂ ਦੀ ਕਹਾਣੀਆਂ ਜਾਂ ਕੋਈ ਤਸੱਵੁਰ ਜ਼ਿਆਦਾ ਨਹੀਂ ਹੁੰਦਾ, ਰਿਐਲਿਟੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਹੁੰਦੀਆਂ। ਤੁਸੀਂ ਸਬਜੈਕਟ ਕੋਈ ਵੀ ਜਿਸ ਤਰ੍ਹਾਂ ਕੋਈ ਤਕਲੀਫ ਦੇ ਦਿੰਦਾ ਹੈ ਜਾਂ ਜਿਹੜਾ ਅਸੀਂ ਦੇਖਦੇ ਹਾਂ ਸਾਡੇ ਆਸ-ਪਾਸ ਹੈ ਕਿ ਉਸ ਦੇ ਉੱਤੇ ਸਾਨੂੰ ਲਿਖਣਾ ਚਾਹੀਦਾ ਹੈ,
ਉਸ ਤਰ੍ਹਾਂ ਦੇ ਹੁਣ ਜੇ ਮਸਲਨ ਅਸੀਂ ਪੰਜਾਬ ਦੇ ਵਿੱਚ ਹੀ ਲੈ ਲਈਏ, ਪੰਜਾਬ 'ਚ ਜਿਸ ਤਰ੍ਹਾਂ ਨਸ਼ਿਆਂ ਦੀ ਹਾਲਤ ਹੈ, ਜੋ ਨੌਜਵਾਨ ਸਾਡੀ ਨਸਲ ਜਿਸ ਤਰ੍ਹਾਂ ਹੋ ਰਹੀ ਹੈ, ਉਹਦੇ ਤੇ ਲਿਖੀ ਹੈ ਮੈਂ ਕਹਾਣੀ ਡੂਬਤੀ ਨਸਲੇ, ਵੀ ਕਿਸ ਤਰ੍ਹਾਂ ਆਉਂਦਾ, ਉਹਦੇ ਇਫੈਕਟਸ ਕੀ ਹੈ, ਕਿੱਥੇ ਜਾਂਦੇ ਹੈ, ਕਿ ਕਿੰਨੀ ਦੂਰ ਤੱਕ ਉਹਨਾਂ ਦੀ ਲਾਈਫ ਦੇ ਉੱਤੇ ਸਾਰੇ ਦੇ ਉੱਤੇ ਅਸਰ ਪੈਂਦਾ ਹੈਗਾ। ਫਿਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਔਰਤਾਂ ਦੀ, ਲੜਕੀਆਂ ਦੀਆਂ, ਬੱਚੀਆਂ ਦੀਆਂ ਭਰੂਣ ਹੱਤਿਆ ਦੀਆਂ ਕਰਕੇ ਅਸੀਂ ਜਿਸ ਤਰ੍ਹਾਂ ਕਹਿੰਦੇ ਆ ਕਿ ਉਹਦੀ ਰੇਸ਼ੋ ਘਟਦੀ ਜਾ ਰਹੀ ਹੈ, ਹਾਂਜੀ, ਉਹਦੇ ਨਾਲ ਕਿੰਨੇ ਮਸਾਇਲ ਪੈਦਾ ਹੋ ਰਹੀ ਹੈ। ਉਹ ਲਿਖੀ ਦ੍ਰੋਪਦੀ ਜਾਗ ਉੱਠੀ, ਲੜਕੀ ਨਹੀਂ ਮਿਲਦੀ ਸ਼ਾਦੀ ਦੇ ਲਈ, ਤੇ ਅੱਗੇ ਜ਼ਮੀਨਾਂ ਦਾ ਕਿਸ ਤਰ੍ਹਾਂ ਹੈ, ਘਰ ਦੇ ਵਿੱਚ ਕੀ ਮਾਹੌਲ ਹੁੰਦਾ ਹੈ, ਸਾਰਾ ਇਸ ਤਰ੍ਹਾਂ ਦਾ ਲਿਖਿਆ। ਕਿਸਾਨਾਂ ਦੇ ਉੱਤੇ ਕਈ ਲਿਖੀਆਂ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਮੈਂ ਪੰਜਾਬ ਦੀ ਸਿਰਫ ਇਸ ਵਕਤ ਗੱਲ ਕਰ ਰਹੀ ਹਾਂ, ਉਹਨਾਂ ਦੇ ਉੱਤੇ ਜਿਹੜੇ ਮੌਜੂਦ ਦੇ ਉੱਤੇ ਮੈਂ ਕਹਿ ਰਹੀ ਹਾਂ ਕਿ ਵੀ ਜਿਸ ਤਰ੍ਹਾਂ ਜ਼ਮੀਨ ਜਿਹੜੀ ਹੈ ਘਟਦੀ ਜਾ ਰਹੀ ਹੈ ਖੇਤੀਬਾੜੀ ਦੀ, ਔਰ ਉੱਥੇ ਕੰਸਟਰਕਸ਼ਨ ਜ਼ਿਆਦਾ ਹੁੰਦੀ ਜਾ ਰਹੀ ਹੈ, ਉਸ ਹਿਸਾਬ ਨਾਲ ਨਵੀਂ ਪੀੜ੍ਹੀ ਉਹਨੂੰ ਕਿਸ ਤਰ੍ਹਾਂ ਲੈਂਦੀ ਹੈ। ਸੋ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਮਸਾਇਲ, ਬਸ ਇਸ ਤਰ੍ਹਾਂ ਦੇ ਔਰਤਾਂ ਦੇ ਮਸਾਇਲ। ਜੀ ਬਿਲਕੁਲ ਮੈਮ, ਜੇ ਗੱਲ ਕਰੀਏ ਇੱਕ ਰਾਈਟਰ ਦੀ ਕੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਸੋਸ਼ਲ ਮੀਡੀਆ ਦੇ ਉੱਤੇ, ਗੱਲ ਕਰ ਲਈਏ ਕਿ ਅੱਜਕੱਲ ਸੋਸ਼ਲ ਮੀਡੀਆ ਤੁਸੀਂ ਤਰ੍ਹਾਂ ਦੀ ਨਿਊਜ਼, ਜਿਵੇਂ ਕਿ ਤੁਸੀਂ ਪਹਿਲੇ ਹੀ ਕਹਿ ਦਿੱਤਾ ਕਿ ਬਹੁਤ ਸਾਰੀਆਂ ਖਬਰਾਂ ਅਜਿਹੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਡਿਪਰੈਸ਼ਨ ਦੇ ਵਿੱਚ ਜਾ ਰਹੇ ਹਾਂ, ਤਾਂ ਅਜਿਹੇ ਦੇ ਵਿੱਚ ਤੁਸੀਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਲਿਖਿਆ? ਕਿ ਵੀ ਜਿਸ ਤਰ੍ਹਾਂ ਇਹਨਾਂ ਦਾ ਐਕਚੁਅਲੀ ਮੈਂ ਇਹਨਾਂ ਦੇ ਨਾ, ਜਿੰਨਾ ਵੀ ਅਸੀਂ ਮੀਡੀਆ ਵਗੈਰਾ ਦਾ ਦੇਖਦੇ ਆ ਨਾ, ਕੋਈ ਤੁਸੀਂ ਚੈਨਲ ਲਗਾ ਲਓ, ਤੁਸੀਂ ਇਹਦੇ ਤੇ ਖਬਰਾਂ ਦਾ ਦੇਖੋ, ਤੁਸੀਂ ਕਿਤੇ ਬਹਿਸ ਫਾਲਤੂ ਦੀਆਂ ਚੱਲਦੀਆਂ ਹੋਣਗੀਆਂ, ਮਤਲਬ ਜੇ ਇਹ ਸਾਰੇ ਇਹੋ ਜਿਹੀਆਂ ਬਹਿਸ ਮੁਬਾਸੇ ਇਹੋ ਜਿਹੇ ਚੈਨਲਸ ਬੰਦ ਹੋ ਜਾਣ ਨਾ, ਮੈਨੂੰ ਲੱਗਦਾ ਹੈ ਕਿ ਆਪਸ 'ਚ ਭਾਈਚਾਰਾ ਰੱਖਣ ਦੀ ਬਜਾਏ ਇੱਕ ਦੂਸਰੇ ਦਾ ਨਫ਼ਰਤਾਂ ਫੈਲਾਉਂਦੇ ਆ ਬਹੁਤ ਜ਼ਿਆਦਾ। ਮਤਲਬ ਇਹਨਾਂ ਨੂੰ ਇੰਨਾ ਜ਼ਿਆਦਾ ਫਰੀडम ਹੁੰਦਾ ਹੈ, ਹੋਣੀ ਚਾਹੀਦੀ ਫਰੀडम ਆਫ ਪ੍ਰੈਸ, ਪਰ ਕੁਝ ਉਹਨਾਂ ਦੀ ਜ਼ਿੰਮੇਵਾਰੀਆਂ ਵੀ ਹੋਣੀਆਂ ਚਾਹੀਦੀਆਂ ਕਿ ਤੁਸੀਂ ਉਹਨਾਂ ਨੂੰ ਇਹ ਨਹੀਂ ਕਿ ਕਰੋ ਜ਼ਿਆਦਾ ਇੱਕ ਦੂਸਰੇ ਨਾਲ ਇਸ ਤਰ੍ਹਾਂ ਦਾ ਰੋਲ ਅਦਾ ਕਰੋ ਕਿ ਠੀਕ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚੇ। ਉਹਨਾਂ ਤੇ ਮੈਂ ਕਹਾਣੀ ਹਲੇ ਲਿਖ ਨਹੀਂ ਪਾਈ, ਕੋਈ ਮੈਂ ਲਿਖੀ ਨਹੀਂ ਹੈ ਜੀ। ਇਹ ਤੇ ਮੌਜੂ ਐਸਾ ਜਿਹੜਾ ਕਈ ਵਾਰੀ ਜਿਹੜਾ ਤੁਹਾਨੂੰ ਜ਼ਿਆਦਾ ਕੌਫਤ ਦੇ ਨਾ, ਜ਼ਹਿਨ ਨੂੰ ਜ਼ਿਆਦਾ ਤਕਲੀਫ ਦੇ, ਤੁਸੀਂ ਉਸ ਤੇ ਵੀ ਨਹੀਂ ਲਿਖ ਸਕਦੇ। ਜੀ 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 ਮੈਮ, ਜੇ ਗੱਲ ਕਰੀਏ ਨਾਰਮਲੀ ਇੱਕ ਗੱਲ ਕਰੀਏ ਤਾਂ ਇੱਕ ਰਾਈਟਰ ਦੀ ਕੀ ਜ਼ਿੰਮੇਵਾਰੀ ਹੈ ਸਮਾਜ ਦੇ ਪ੍ਰਤੀ? ਰਾਈਟਰ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਜਾਗਰੂਕ ਕਰਨਾ। ਅਸੀਂ ਜਦ ਦੇਖਦੇ ਹਾਂ ਕਿਸੇ ਚੀਜ਼ ਦੀ, ਕੋਈ ਦੇਖਦੇ ਹਾਂ ਕਿ ਸਾਨੂੰ ਇਹ ਚੀਜ਼ ਬੁਰਾਈ ਹੈਗੀ ਹੈ, ਉਹਦੇ 'ਚ ਪਨਪ ਰਹੀ ਹੈ ਜਾਂ ਕੁਛ ਹੈ, ਅਸੀਂ ਆਪਣੀ ਕਲਮ ਦੇ ਜ਼ਰੀਏ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਇਹ ਕੀਤਾ ਜਾਏ ਤਾਂ ਕਿ ਉਜਾਗਰ ਆਏ, ਅਗਲੀ ਵੀ ਜਿਹੜੇ ਪੜ੍ਹਨ ਵਾਲੇ ਵੀ ਹੈ ਪੀੜ੍ਹੀ ਵੀ, ਉਹਨਾਂ ਨੂੰ ਥੋੜਾ ਦੱਸਿਆ ਜਾਏ। ਪਰ ਇਟ ਡਜ਼ਨਟ ਮੀਨ ਕਿ ਉਹਨਾਂ ਨੂੰ ਲੈਸਨ ਨਹੀਂ ਦਿੱਤਾ ਜਾਏ, ਉਹਨੂੰ ਤਰੀਕੇ ਦੇ ਨਾਲ ਆਪਣੇ ਉਹਦੇ ਵਿੱਚ ਦੱਸਿਆ ਜਾਏ ਕਿ ਵੀ ਇਹ ਚੀਜ਼ ਹੈਗੀ, ਇਹਨਾਂ ਤੇ ਤਵੱਜੋ ਦਿਲਾਈ ਜਾਏ ਉਹਨਾਂ ਸਾਰਿਆਂ ਦੀ ਕਿ ਵੀ ਇਹਨਾਂ ਦੇ ਵੱਲ ਵੀ ਗੌਰ ਕਰੋ, ਇਹਨਾਂ ਤੇ ਵੀ ਮਿਲ ਕੇ ਸਾਰੇ ਜਿੰਨੇ ਇਸ ਤੇ ਕਰੋ। ਜੀ ਮੈਮ, ਤੁਹਾਨੂੰ ਲੱਗਦਾ ਹੈ ਕਿ ਅੱਜ ਅਜਿਹਾ ਹੋ ਰਿਹਾ ਹੈ, ਅਜਿਹੀ ਜਿਹੜੀ ਸਾਡੇ ਕੋਲ ਲਿਖਣੀ ਆ ਰਹੀ ਹੈ? ਬਿਲਕੁਲ ਹੈ, ਬਹੁਤ ਅੱਛੇ ਹਰ ਲੈਂਗੁਏਜ ਦੇ ਵਿੱਚ, ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ, ਇੰਗਲਿਸ਼, ਉਰਦੂ। ਮੇਰਾ ਖਿਆਲ ਹੈ ਕਿ ਅੱਜ ਦਾ ਰਾਈਟਰ ਜਿਹੜਾ ਹੈਗਾ ਉਹ ਮੌਜੂਦਾ ਦੌਰ ਦੇ ਹਰ ਸਬਜੈਕਟ ਦੇ ਉੱਤੇ ਲਿਖ ਰਿਹਾ, ਬਿਲਕੁਲ ਲਿਖ ਰਿਹਾ ਜੀ। ਬਿਲਕੁਲ। ਤੇ ਮੈਮ ਇਸ ਦੇ ਨਾਲ ਹੀ ਅੱਗੇ ਵਧੀਆ, ਤਾਂ ਤੁਹਾਨੂੰ ਬਹੁਤ ਸਾਰੇ ਅਵਾਰਡਸ ਵੀ ਜਿਹੜੇ ਮਿਲੇ ਨੇ, ਉਹਨਾਂ ਦੇ ਬਾਰੇ ਜ਼ਿਕਰ ਕਰੋ। ਕਿਵੇਂ ਦਾ ਲੱਗਿਆ ਸੀ ਜਦੋਂ ਤੁਹਾਨੂੰ ਅਵਾਰਡ ਮਿਲੇ ਨੇ? ਦੇਖੋ, ਅਵਾਰਡ ਮਿਲਣਾ ਤੇ ਸਭ ਨੂੰ ਅੱਛਾ ਲੱਗਦਾ, ਉਹਦੇ ਨਾਲ ਇਹ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਇਹ ਲੱਗਦਾ ਕਿ ਵੀ ਹੌਸਲਾ ਮਿਲ ਗਿਆ ਅੱਗੇ ਕੰਮ ਕਰਨ ਦਾ। ਹਾਲਾਂਕਿ ਅਸੀਂ ਇਹ ਸੋਚ ਕੇ ਨਹੀਂ ਕਰਦੇ ਕਿ ਵੀ ਸਾਨੂੰ ਅਵਾਰਡ ਮਿਲੇ, ਪਰ ਜਦੋਂ ਮਿਲਦਾ ਤੇ ਅੱਛਾ ਲੱਗਦਾ, ਹੌਸਲਾ ਲੱਗਦਾ ਕਿ ਵੀ ਹਾਂ ਜੀ ਅਸੀਂ ਕੁਝ ਕੀਤਾ, ਸਾਨੂੰ ਉਹਦਾ ਉਹਨਾਂ ਨੇ ਮਿਲਿਆ ਹੈ, ਇਸ ਮਿਲਿਆ, ਸੋ ਅੱਛਾ ਲੱਗਦਾ ਜੀ। ਮੈਮ, ਇਸ ਦੇ ਨਾਲ ਹੀ ਜੇ ਕਰੋਨਾ ਟਾਈਮ ਦੀ ਗੱਲ ਕਰੀਏ ਤਾਂ ਤੁਸੀਂ ਕੀ ਐਡਵਾਈਸ ਜਿਹੜੇ ਲੇਖਕ ਉੱਪਰ ਰਹੇ ਨੌਜਵਾਨ ਹੈਗੇ, ਲੇਖਕ ਬਣਨਾ ਚਾਹੁੰਦੇ ਨੇ, ਦਿਲਾਂ ਦੇ ਵਿੱਚ ਚਾਹ ਬਹੁਤ ਹੈ ਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਸ਼ੁਰੂਆਤ ਕਿੱਥੋਂ ਕਰੀਏ, ਤਾਂ ਉਹਨਾਂ ਦੀ ਸ਼ੁਰੂਆਤ ਦੇ ਲਈ ਕੋਈ ਦੋ ਸ਼ਬਦ? ਉਹਨਾਂ ਨੇ ਦੇਖੋ ਜੀ ਆਪਣਾ ਬੈਠ ਕੇ ਕਰਨਾ, ਜਿਹੜਾ ਉਹਨਾਂ ਨੂੰ ਲਿਖਣ ਦੇ ਉਹਨਾਂ ਦੇ ਵਿੱਚ ਹੈਗਾ ਉਹ ਤਾਂ ਤੁਸੀਂ ਆਪਣੇ ਘਰ ਦੇ ਅੰਦਰ ਹੀ ਬੈਠ ਕੇ ਲਿਖ ਸਕਦੇ ਹੋ, ਜਿਸ ਵੀ ਜਗ੍ਹਾ ਤੇ ਤੁਹਾਨੂੰ ਇਕਾਂਤ ਚਾਹੀਦਾ ਹੈ ਤੁਸੀਂ ਉਹਦੇ 'ਚ ਲਿਖੋ, ਉਹਨੂੰ ਸੋਚੋ, ਉਸ ਤੇ ਗੌਰ ਕਰੋ। ਜੋ ਹਾਲਾਤ ਹੈ, ਤੁਸੀਂ ਕਰੋਨਾ ਤੇ ਲਿਖਣਾ ਚਾਹਦੇ ਹੋ, ਲੋਕਾਂ ਦੇ ਕਿਸ ਦੇਖੋ, ਇੱਕ ਜਿਹੜੀ ਕੋਈ ਤਸਵੀਰ ਵੀ ਦਿਖਾਉਂਦੇ ਨਾ, ਉਹ ਵੀ ਇੱਕ ਪੂਰੀ ਕਹਾਣੀ ਹੁੰਦੀ ਹੈ। ਜਿਹੜੇ ਅੱਜ ਕੱਲ੍ਹ ਪ੍ਰਵਾਸੀ ਦਿਖਾ ਰਹੇ ਹੈਗੇ ਆ, ਉਹਨਾਂ ਦੀ ਕਿੰਨੀਆਂ ਜ਼ਿਆਦਾ ਆ ਰਹੀਆਂ ਹੈਗੀਆਂ ਤਕਲੀਫ ਜਿਹੜੀਆਂ ਹੈਗੀਆਂ। ਤੁਸੀਂ ਇੱਕ ਬੰਦੇ ਦੀ ਜੇ ਤੁਸੀਂ ਤਸਵੀਰ, ਫੋਟੋ ਵੀ ਦੇਖ ਲਓਗੇ ਨਾ ਅਖਬਾਰ ਦੇ ਵਿੱਚ, ਤੁਹਾਡੀ ਕਈ ਕਹਾਣੀਆਂ, ਕਈ ਨਜ਼ਮਾਂ, ਕਈ ਗਜ਼ਲਾਂ ਜਨਮ ਲੈ ਲੈਂਦੀਆਂ। ਬਿਲਕੁਲ, ਉਹਨੂੰ ਬੈਠ ਕੇ ਤੁਸੀਂ ਮਹਿਸੂਸ ਕਰੋ ਉਹਦੇ ਦਰਦ ਨੂੰ, ਉਹਨੂੰ ਤੁਸੀਂ ਬੈਠ ਕੇ ਪੈਨ ਡਾਊਨ ਕਰੋ,
ਜਿਸ ਤਰ੍ਹਾਂ ਮਰਜ਼ੀ ਹੈ ਨਾ, ਸੋਚੋ ਕਿ ਕਿਸੇ ਨੂੰ ਕੀ ਲੱਗੇਗਾ, ਇਹਨੂੰ ਛੁਪਵਾਉਣਾ ਹੈ ਨਹੀਂ ਛੁਪਵਾਉਣਾ, ਉਹ ਬਾਅਦ ਦੀ ਗੱਲ ਹੈ। ਤੁਸੀਂ ਪਹਿਲੇ ਲਿਖੋ ਉਸ ਨੂੰ। ਮੈਮ ਹਿੰਮਤ ਕਰੋ। ਅਲਫਾਜ਼ ਦੀ ਕਿੰਨੀ ਕੁ ਜਿਹੜੀ ਅਹਿਮੀਅਤ ਹੈਗੀ ਇੱਕ ਰਾਈਟਰ ਦੀ ਲਾਈਫ ਦੇ ਵਿੱਚ? ਕਿਸ ਚੀਜ਼ ਦੀ? ਅਲਫਾਜ਼, ਸ਼ਬਦ। ਅਲਫਾਜ਼ ਦੀ? ਹਾਂਜੀ। ਦੇਖੋ ਅਲਫਾਜ਼ ਤੇ ਜਿਹੜੇ ਹੈਗੇ ਆ ਉਹਨਾਂ ਨੂੰ ਤੁਹਾਨੂੰ ਮੁਨਾਸਿਬ ਹੀ ਕਰਨੇ ਪੈਣਗੇ, ਯੂਜ਼ ਕਰਦੇ ਹੋ ਤੁਸੀਂ। ਮੇਰੇ ਜਿਹੜੇ ਆਮ ਬੋਲਚਾਲ ਦੀ ਜ਼ੁਬਾਨ ਹੈ, ਤੁਸੀਂ ਉਹੀ ਬੋਲੋ, ਉਹੀ ਲਿਖੋਗੇ, ਉਹੀ ਕਰੋਗੇ। ਬਿਲਕੁਲ। ਹਾਂ। ਤੁਸੀਂ ਮੈਮ ਕੀ ਸੋਚਦੇ ਹੋ ਕਿ ਜਦੋਂ ਇੱਕ ਰਚਨਾ ਸਾਹਮਣੇ ਲੇਖਕ ਜਦੋਂ ਲਿਖਦਾ ਹੈ, ਉਹ ਪੇਸ਼ ਕਰਦਾ, ਤਾਂ ਉਹਦੇ ਵਿੱਚ ਕਿਹੋ ਜਿਹੇ ਅਲਫਾਜ਼ ਹੋਣੇ ਚਾਹੀਦੇ? ਇੱਕ ਮਤਲਬ ਯੂਨੀਕ ਜਿਹੇ ਸ਼ਬਦ ਹੋਣੇ ਚਾਹੀਦੇ ਜਾਂ ਜਿਹੜੇ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਹੁੰਦੇ? ਨਹੀਂ, ਆਮ ਬੋਲਚਾਲ ਦੀ ਜ਼ੁਬਾਨ ਜਿਹੜੀ ਹੈ ਮੇਰੇ ਖਿਆਲ ਨਾਲ ਉਹ ਜ਼ਿਆਦਾ ਮੁਤਾਸਿਰ ਕਰਦੀ ਹੈ, ਕਿਉਂਕਿ ਤੁਸੀਂ ਜਿਹੜੀ ਵੀ ਗੱਲ ਕਹਿੰਦੇ ਹੋ, ਤੁਹਾਨੂੰ ਜਿਹੜਾ ਪੜ੍ਹਨ ਵਾਲੇ ਨੂੰ, ਜੇ ਤੁਸੀਂ ਔਖੇ ਵਰਡਸ ਕਰ ਲਵੋ, ਉਹਨੂੰ ਥੋੜਾ ਅਟਕ ਜਾਏ, ਜਿਹੜਾ ਕਾਰੀ ਹੈ, ਜਿਹੜਾ ਪੜ੍ਹਨ ਵਾਲਾ ਬੰਦਾ ਹੈ, ਤੇ ਉਹਦੇ ਚ ਉਹਦਾ ਅੱਧਾ ਮਜ਼ਾ ਤਾਂ ਖਤਮ ਹੋ ਜਾਏਗਾ। ਮੈਂ ਤੇ ਬਿਲਕੁਲ ਜਿਹੜੀ ਮੇਰੀ ਜ਼ੁਬਾਨ ਹੈ ਉਰਦੂ ਦੀ ਜਿਹੜੀ ਹੈ, ਉਹ ਆਮ ਬੋਲਚਾਲ ਦੀ ਜ਼ੁਬਾਨ ਮੈਂ ਇਸਤੇਮਾਲ ਕਰਦੀ ਹਾਂ। ਮੈਂ ਕੋਈ ਉਹਦੇ ਚ ਬੜੇ ਅਟਰੈਕਟਿਵ ਭਾਰੀ ਭਰਕਮ ਅਲਫਾਜ਼ ਜਿਹੜੇ ਆ ਉਹ ਨਹੀਂ ਲੈ ਕੇ ਆਉਂਦੀ, ਜਿਹਦੇ ਚ ਮਤਲਬ ਰਵਾਨਗੀ ਹੋਵੇ। ਕੋਈ ਵੀ ਵਰਡ ਹੋਵੇ, ਉਹਦੇ ਚ ਰਵਾਨਗੀ ਬੜੀ ਜ਼ਰੂਰੀ ਹੈ ਕਿਸੇ ਵੀ ਤੁਸੀਂ ਤਹਿਰੀਰ ਦੇ ਵਿੱਚ ਕਰੋ। ਇਹ ਬਿਲਕੁਲ। ਮੈਮ ਅੱਜ ਤੱਕ ਦਾ ਤੁਹਾਡਾ ਜਿਹੜਾ ਸਫ਼ਰ ਹੈਗਾ ਬਤੌਰ ਰਾਈਟਰ, ਉਹ ਕਿਹੋ ਜਿਹਾ ਹੈਗਾ? ਕੀ ਤੁਸੀਂ ਉਸ ਦੇ ਬਾਰੇ ਕਹਿਣਾ ਚਾਹੁੰਦੇ ਹੋ? ਸਫ਼ਰ ਮੇਰਾ ਬਹੁਤ ਅੱਛਾ ਰਿਹਾ, ਹਲੇ ਤੱਕ ਦਾ, ਜਿੰਨੀ ਦੇਰ ਦਾ ਵੀ ਰਿਹਾ। ਔਰ ਮੇਰੀ ਖੁਸ਼ਕਿਸਮਤੀ ਹੈ ਕਿ ਵੀ ਮੈਨੂੰ ਰਸਤੇ 'ਚ ਜਿੰਨੇ ਵੀ ਇਸ ਸਫ਼ਰ ਦੇ ਵਿੱਚ ਮਿਲੇ, ਸੀਨੀਅਰਸ ਵੀ ਮਿਲੇ, ਉਹ ਐਸੇ ਮਿਲੇ ਕਿ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਐਨਕਰੇਜ ਹੀ ਕੀਤਾ, ਮਤਲਬ ਡਿਸਕਰੇਜ ਨਹੀਂ ਕੀਤਾ ਮੈਨੂੰ। ਉਹਨਾਂ ਨੇ ਐਨਕਰੇਜ ਹੀ ਕੀਤਾ ਕਿ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰੋ। ਔਰ ਮੈਂ ਹਮੇਸ਼ਾ ਨਾ ਆਪਣੇ ਆਪ ਨੂੰ ਓਪਨ ਰੱਖਿਆ ਕ੍ਰਿਟਿਸਿਜ਼ਮ ਲਈ। ਮੈਂ ਇਹ ਨਹੀਂ ਕੀਤਾ ਕਿ ਸਿਰਫ ਵਾਹ ਵਾਹ ਹੀ ਮਿਲੇ। ਹਾਂ, ਜਿੱਥੇ ਕਮੀਆਂ ਰਹਿ ਗਈਆਂ, ਦੇਖੋ ਕੋਈ ਵੀ ਪਰਫੈਕਟ ਨਹੀਂ ਹੈ, ਇਹ ਤੇ ਆਂਦੇ ਜਿਹਨੂੰ ਕੋ ਨਾ ਪ੍ਰੈਕਟਿਸ, ਵਕਤ ਦੇ ਨਾਲ ਹੀ ਜਿਹੜੀ ਹੈਗੀ ਹੈ ਕਲਮ 'ਚ ਤੁਹਾਡੀ ਪੁਖਤਗੀ ਆਏਗੀ। ਬਿਲਕੁਲ ਮਾਂ, ਮੈਚਿਓਰਟੀ ਤਦੇ ਆਉਂਦੀ ਹੈ। ਹੁਣ ਜੇ ਅਸੀਂ ਆਪਣੀਆਂ ਹੀ ਰਚਨਾਵਾਂ ਪੁਰਾਣੀਆਂ ਦੇਖਦੇ ਹਾਂ ਤੇ ਇੰਝ ਲੱਗਦਾ ਕਿ ਬਚਕਾਨੀਆਂ ਹੈਗੀਆਂ ਜਦੋਂ ਸ਼ੁਰੂਆਤ ਕੀਤੀ ਸੀਗੀ, ਠੀਕ ਹੈ ਨਾ। ਇਸ ਕਰਕੇ ਆਪਣੇ ਆਪ ਨੂੰ ਓਪਨ ਮਾਈਂਡ ਰੱਖੋ ਕਿ ਤੁਹਾਨੂੰ ਜੇ ਕੋਈ ਦੱਸਦਾ, ਕੋਈ ਸਲਾਹ ਦਿੰਦਾ, ਉਹ ਸਿਰ ਮੱਥੇ ਤੇ ਰੱਖੋ ਜੀ। ਇਹ ਨਹੀਂ ਕਿ ਵੀ ਸਿਰਫ ਤਾਰੀਫ ਹੀ ਬਟੋਰੋ ਤੇ ਕੋਈ ਦੂਜਾ ਕਹਿ ਦੇ ਤੇ ਤੁਸੀਂ ਆਪਣੇ ਆਪ ਨੂੰ ਬਣਾ ਲਓ, ਫਿਰ ਉਹ ਗੱਲ, ਕਿਉਂਕਿ ਉਸ ਤੇ ਫਿਰ ਤੁਹਾਡੀ ਪ੍ਰੋਗਰੈਸ ਦੀ ਜਿਹੜੀ ਤੁਸੀਂ ਸੁਧਾਰਨ ਦੀ ਜਿਹੜੀ ਹੈਗੀ ਹੈ ਨਾ, ਉਹ ਖਤਮ ਹੋ ਜਾਏਗਾ, ਦਰਵਾਜ਼ਾ ਬੰਦ ਹੋ ਜਾਏਗਾ। ਜੀ ਬਿਲਕੁਲ। ਮੈਮ ਤੁਸੀਂ ਹੁਣ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਕਰੋਨਾ ਟਾਈਮ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਬਿਜ਼ੀ ਰੱਖੀਏ ਤੇ ਆਪਣੇ ਦਿਮਾਗ ਨੂੰ, ਸਭ ਤੋਂ ਵੱਡੀ ਗੱਲ, ਬਿਜ਼ੀ ਰੱਖੀਏ? ਕਿਉਂਕਿ ਡਿਪਰੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਾ ਰਹੇ ਨੇ ਲੋਕ, ਇੱਕ ਤਾਂ ਅਰਥ ਵਿਵਸਥਾ ਕਮਜ਼ੋਰ ਹੋ ਰਹੀ ਹੈ, ਰੁਜ਼ਗਾਰ ਘਟ ਚੁੱਕਿਆ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਆਪਣੇ ਦਿਮਾਗ ਨੂੰ ਮੈਨੇਜ ਕਰਕੇ ਰੱਖੀਏ? ਨਹੀਂ, ਵੈਸੇ ਦੇਖੋ ਗੱਲ ਇਹ ਹੈ ਕਿ ਕਰੋਨਾ ਜਿਹੜਾ ਹੈਗਾ, ਇਹ ਹੈ ਤਾਂ ਬਹੁਤ ਵੱਡੀ ਪ੍ਰੋਬਲਮ ਆਈ ਹੈ, ਪਰ ਇਸ ਨੂੰ ਫੇਸ ਹੀ ਕਰਨਾ ਪਏਗਾ। ਇਹ ਖਤਮ ਹੋਣ ਵਾਲਾ ਤਾਂ ਹੈ ਨਹੀਂ ਹੈ, ਨਾ ਇਹ ਜਲਦੀ ਖਤਮ ਹੋਣ ਵਾਲਾ ਹੈ। ਆਪਣੇ ਆਪ ਨੂੰ ਪੋਜ਼ਿਟਿਵ ਮਾਈਂਡ ਰੱਖਣਾ ਪਏਗਾ, ਠੀਕ ਹੈ ਨਾ। ਪੋਜ਼ਿਟਿਵ ਮਾਈਂਡ ਰੱਖਣ ਲਈ ਇਹ ਕਿ ਘਰ ਬੈਠ ਕੇ ਤੁਸੀਂ ਜੇ ਘਰ ਬੈਠੋ, ਜਿਨ੍ਹਾਂ ਨੇ ਕੰਮ ਤੇ ਬਾਹਰ ਨਿਕਲਣਾ, ਹੁਣ ਜਿਸ ਤਰ੍ਹਾਂ ਲੋਕਡਾਊਨ ਖੁੱਲ ਗਿਆ, ਉਹ ਪੂਰੇ ਇਹਤਿਆਤ ਵਰਤਣ, ਠੀਕ ਹੈ। ਜਿਹੜੇ ਘਰ ਵੀ ਬੈਠੇ ਆ, ਲਾਈਫ ਬਿਲਕੁਲ ਸਿੰਪਲ ਰੱਖੋ ਔਰ ਐਕਸਰਸਾਈਜ਼ਸ ਜ਼ਰੂਰ ਕਰੋ, ਪੋਜ਼ਿਟਿਵ ਥਿੰਕਿੰਗ ਰੱਖੋ, ਠੀਕ ਹੈ ਨਾ। ਲਾਈਫ ਨੂੰ ਸਿੰਪਲ ਬਣਾ ਲਓ। ਇਹਨੇ ਤਾਂ ਸਾਨੂੰ ਵੈਸੇ ਸਿਖਾ ਵੀ ਦਿੱਤਾ, ਕਰੋਨਾ ਨੇ ਤਾਂ ਬਹੁਤ ਕੁਝ ਸਿਖਾਇਆ ਕਿ ਲਾਈਫ ਨੂੰ, ਆਪਣੇ ਆਪ ਨੂੰ ਸਿੰਪਲ, ਸਾਡੀ ਜ਼ਰੂਰਤਾਂ ਜਿਹੜੀਆਂ ਅਸੀਂ ਫालतू ਦੀਆਂ ਵਧਾਈਆਂ ਹੋਈਆਂ, ਉਹਨੂੰ ਜਿੰਨਾ ਘੱਟ ਤੋਂ ਘੱਟ ਕਰ ਸਕਦੇ ਗਿਆ। ਅੱਛੀ ਚੀਜ਼ਾਂ ਪੜ੍ਹੋ, ਮਿਊਜ਼ਿਕ ਅੱਛਾ ਸੁਣੋ, ਬੈਠ ਕੇ ਆਪਸ 'ਚ ਗੱਲਬਾਤ ਕਰੋ, ਫੋਨ ਦੇ ਵਿੱਚ ਕੰਟੈਕਟ ਦੇ ਵਿੱਚ ਰਹੋ ਆਪਣੇ ਸਾਰੇ ਯਾਰਾਂ ਦੋਸਤਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਬਜ਼ੁਰਗਾਂ ਨੂੰ ਪੁੱਛੋ, ਇੱਕ ਦੂਸਰੇ ਦਾ ਕਰੋ। ਸੋ ਟਾਈਮ ਜਿਹੜਾ ਬਹੁਤ ਅੱਛਾ ਬੀਤ ਸਕਦਾ, ਐਸੀ ਗੱਲ ਨਹੀਂ ਹੈ ਜੀ, ਪਰ ਪੋਜ਼ਿਟਿਵਿਟੀ ਰੱਖਣੀ ਬੜੀ ਜ਼ਰੂਰੀ ਹੈ ਜੀ। ਬਿਲਕੁਲ, ਬਹੁਤ ਅੱਛਾ ਲੱਗਿਆ ਗੱਲਬਾਤ ਕਰਕੇ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਅਸੀਂ ਫਿਰ ਰਾਬਤਾ ਕਾਇਮ ਕਰੀਏ ਬਹੁਤ ਛੇਤੀ, ਤੇ ਹੋਰ ਸੋਹਣੀਆਂ ਸੋਹਣੀਆਂ ਰਚਨਾਵਾਂ ਸਾਡੇ ਲਈ ਲਿਖਦੇ ਰਹੋ ਤੇ ਅਸੀਂ ਪੜ੍ਹੀਏ, ਤੇ ਬਹੁਤ ਸਾਰੀਆਂ ਸੇਧ ਜਿਹੜੀ ਸਮਾਜ ਨੂੰ ਮਿਲਦੀ ਹੈ, ਉਸ ਦੇ ਨਾਲ ਸਾਨੂੰ ਵੀ ਬਹੁਤ ਸਾਰੀਆਂ ਅਜਿਹੀਆਂ ਰਚਨਾਵਾਂ ਪੜ੍ਹ ਕੇ ਸੇਧ ਮਿਲਦੀ ਹੈ। ਤੇ ਇਸ ਸੇਧ ਨੂੰ ਹੋਰ ਲੰਬੀ ਸੇਧ ਲੈ ਕੇ ਚਲੋ, ਹਰ ਇੱਕ ਜਿਹੜੀ ਨਵੀਂ ਸਟੋਰੀ ਲੈ ਕੇ ਆਓ, ਤੇ ਫਿਰ ਅਸੀਂ ਇੱਕ ਵਾਰ ਛੇਤੀ ਛੇਤੀ ਰੂਬਰੂ ਹੋਈਏ ਤੁਹਾਡੇ। ਠੀਕ ਹੈ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਓਕੇ। ਲੇਖਕ ਕਦੇ ਵੀ ਕਿਤੇ ਵੀ ਕੁਝ ਵੀ ਲਿਖ ਸਕਦਾ ਹੈ। ਜਿਵੇਂ ਕਿ ਮੈਮ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਕਿਹਾ ਕਿ ਮੈਂ ਸਕੂਲ ਟਾਈਮ ਦੇ ਵਿੱਚ ਜਦੋਂ ਫ੍ਰੀ ਹੁੰਦੀ ਸੀ, ਮੈਂ ਉਦੋਂ ਫਟਾਫਟ ਲਿਖ ਦਿੰਦੀ ਸੀ। ਬੜੀ ਸੋਹਣੀ ਗੱਲ ਲੱਗੀ ਹੈ ਕਿ ਇੱਕ ਲੇਖਕ ਕਿਸ ਤਰ੍ਹਾਂ ਸਮਾਜ ਦੇ ਨਾਲ ਜੁੜਦਾ ਹੈ, ਕਿਉਂਕਿ ਹਰ ਇਨਸਾਨ ਆਪਣੇ ਲਈ ਜਿਉਂਦਾ ਹੈ, ਆਪਣੇ ਲਈ ਹੀ ਦੇਖਦਾ ਹੈ,
ਪਰ ਉਹ ਕਿਸ ਤਰ੍ਹਾਂ ਲੇਖਕ ਨੇ ਜਿਹੜੇ ਸਾਰੇ ਸਮਾਜ ਨੂੰ ਆਪਣੇ ਨਾਲ ਲੈ ਕੇ ਤੁਰਦੇ ਨੇ ਤੇ ਕਿੰਨਾ ਸੋਹਣਾ ਲਿਖਦੇ ਨੇ, ਹਰ ਪਲ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਹਰ ਇੱਕ ਦੇ ਨਾਲੋਂ ਵੱਖਰਾ ਮਹਿਸੂਸ ਕਰਦੇ ਨੇ। ਅਜਿਹੇ ਬਹੁਤ ਸਾਰੇ ਰਾਈਟਰਸ ਨੇ ਸਾਡੇ ਕੋਲ ਜਿਹੜੇ ਸਾਨੂੰ ਸੇਧ ਦਿੰਦੇ ਨੇ ਤੇ ਸਾਨੂੰ ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਸ਼ਾਂਤੀ ਮਿਲਦੀ ਹੈ ਤੇ ਸਾਨੂੰ ਇੰਝ ਲੱਗਦਾ ਕਿ ਇਹ ਗੱਲਾਂ ਸਾਡੀਆਂ ਆਪਣੀਆਂ ਨੇ, ਕਿਉਂਕਿ ਉਹ ਸਾਰੀਆਂ ਗੱਲਾਂ ਇਹਨਾਂ ਨੇ ਭਾਵਨਾਵਾਂ ਦੇ ਨਾਲ ਲਿਖੀਆਂ ਹੁੰਦੀਆਂ ਨੇ। ਬਹੁਤ ਸਾਰੇ ਜਿਹੜੇ ਅਲੰਕਾਰ ਕਹਿ ਸਕਦੇ ਹਾਂ ਅਸੀਂ, ਉਹਨਾਂ ਦੀ ਵਰਤੋਂ ਕਰਕੇ ਇਹਨਾਂ ਨੇ ਲਿਖੇ ਹੁੰਦੇ ਨੇ। ਇਹਨਾਂ ਨੇ ਜਿਵੇਂ ਕਿਹਾ ਕਹਾਣੀਆਂ ਕਿਤੇ ਬਹੁਤ ਸਾਰੀਆਂ ਲਿਖੀਆਂ ਹੋਈਆਂ ਨੇ। ਕਹਿੰਦੇ ਮੈਂ ਕੁੜੀਆਂ ਦੇ ਬਾਰੇ, ਔਰਤਾਂ ਦੇ ਬਾਰੇ ਜ਼ਿਆਦਾ ਲਿਖਦੀ ਹਾਂ, ਸਮਾਜ ਦੇ ਬਾਰੇ ਜ਼ਿਆਦਾ ਲਿਖਦੀ ਹਾਂ। ਤੇ ਕਰੋਨਾ ਟਾਈਮ ਚੱਲ ਰਿਹਾ, ਇਸ ਟਾਈਮ ਵੀ ਕਹਿੰਦੇ ਸਾਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਜਿਹੜੀਆਂ ਫੀਲਿੰਗਸ ਆਉਂਦੀਆਂ ਨੇ, ਬਹੁਤ ਸਾਰੀਆਂ ਭਾਵਨਾਵਾਂ ਆ ਰਹੀਆਂ ਨੇ। ਕਿਸ ਤਰ੍ਹਾਂ ਮਜ਼ਦੂਰ ਮਰ ਰਹੇ ਨੇ, ਕਿਸ ਤਰ੍ਹਾਂ ਭੁੱਖ ਦੇ ਨਾਲ ਲੋਕ ਤੜਫ ਰਹੇ ਨੇ, ਕਿਸ ਤਰ੍ਹਾਂ ਜਿਹੜੀਆਂ ਲਗਾਤਾਰ ਮੌਤਾਂ ਹੋਈਆਂ ਨੇ, ਕਿਸ ਤਰ੍ਹਾਂ ਸੰਸਾਰ ਦੇ ਹਾਲਾਤ ਬਣੇ ਹੋਏ ਨੇ। ਇਹ ਸਾਰੀਆਂ ਚੀਜ਼ਾਂ ਨੂੰ ਇੱਕ ਰਾਈਟਰ ਹੀ ਸੰਜੋ ਕੇ ਰੱਖ ਸਕਦਾ ਹੈ ਤੇ ਇਹ ਸਾਡਾ ਇਤਿਹਾਸ ਬਣ ਜਾਂਦੀਆਂ ਨੇ, ਜੁਗਾਂ ਜੁਗਾਂ ਤੱਕ ਪੜ੍ਹੀਆਂ ਜਾਂਦੀਆਂ ਨੇ ਇਹ ਕਿਤਾਬਾਂ।